ਹੈਲੋ, ਸਾਡੇ NPTEL ਔਨਲਾਈਨ ਪ੍ਰਮਾਣੀਕਰਨ ਕੋਰਸਾਂ ਵਿੱਚ ਇੰਜੀਨੀਅਰਿੰਗ ਡਰਾਇੰਗ ਤੇ ਸਵਾਗਤ ਹੈ। ਅਸੀਂ ਮੋਡਿਊਲ ਨੰਬਰ ਲੈਕਚਰ ਨੰਬਰ 18 ਵਿੱਚ ਹਾਂ। ਅਸੀਂ ਖਾਸ ਤੌਰ ਤੇ ਪਿਛਲੀ ਕਲਾਸ ਵਿੱਚ ਖਾਸ ਕਰਵਾ ਤੇ ਕੋਨਿਕ ਸੈਕਸ਼ਨਾਂ ਨੂੰ ਕਵਰ ਕਰ ਰਹੇ ਹਾਂ। ਅਸੀਂ ਸਾਈਕਲੋਇਡ, ਇੱਕ ਸਪਾਇਰਲ ਅਤੇ ਇਨਵੋਲੂਟ ਅਤੇ ਇੱਕ ਹੈਲਿਕਸ ਨਾਮਕ ਖਾਸ ਕਰਵ ਪੇਸ਼ ਕੀਤੇ ਹਨ, ਅਤੇ ਅਸੀਂ ਅਗਲੀ ਕਲਾਸ ਵਿੱਚ ਇਹਨਾਂ ਕੰਸਟਰਕਸ਼ਨ ਬਾਰੇ ਸਿੱਖਣ ਲਈ ਰੁਕ ਗਏ ਹਾਂ। ਇਸ ਲਈ ਅੱਜ ਦੀ ਕਲਾਸ ਵਿੱਚ ਅਸੀਂ ਸਾਈਕਲੋਇਡ ਨਾਮਕ ਇੱਕ ਖਾਸ ਕਰਵ ਬਾਰੇ ਜਾਣਨ ਜਾ ਰਹੇ ਹਾਂ। ਅਸੀਂ ਇਸ ਸਾਈਕਲਾਇਡ ਵਕਰ ਨੂੰ ਕਿੱਥੇ ਦੇਖਦੇ ਹਾਂ? ਸਭ ਤੋਂ ਪਹਿਲਾਂ ਅਸੀਂ ਪੁੱਛਾਂਗੇ। ਉਦਾਹਰਨ ਲਈ, ਜੇ ਅਸੀਂ ਸਾਈਕਲ ਮੋਟਰ ਦੇ ਵੀਲ ਦੇਖ ਰਹੇ ਹਾਂ, ਜਿੱਥੇ ਸਪ੍ਰੋਕੇਟ ਅਤੇ ਗੇਅਰ ਸਥਿਤ ਹਨ, ਜਾਂ ਕੋਈ ਵੀ ਆਟੋਮੋਬਾਈਲ ਇੰਜੀਨੀਅਰਿੰਗ ਮਸ਼ੀਨਰੀ ਫਾਰਮ ਮਸ਼ੀਨਰੀ, ਜੋ ਵੀ ਤੁਸੀਂ ਖੋਲਦੇ ਹੋ ਜਿੱਥੇ ਗੇਅਰ ਮੁੱਖ ਤੌਰ ਤੇ ਸਥਿਤ ਹੁੰਦੇ ਹਨ, ਇਹ ਸਾਈਕਲੋਇਡ ਕਰਵ ਕਾਫੀ ਆਮ ਹਨ। ਇਹ ਸਾਈਕਲੋਇਡ ਕਰਵ ਮੇਟਿੰਗ ਵਿੱਚ ਗੈਸ ਨੂੰ ਬਿਹਤਰ ਕੁਸ਼ਲਤਾ ਪ੍ਰਦਾਨ ਕਰਦੇ ਹਨ, ਤਾਂ ਕਿ ਕਿਸੇ ਵੀ ਹੋਰ ਕਿਸਮ ਦੀਆਂ ਮੇਟਿੰਗ ਵਾਲੀਆਂ ਸਤਹਾਂ ਦੀ ਤੁਲਨਾ ਵਿੱਚ ਫ੍ਰਿਕਸ਼ਨਲ ਨੁਕਸਾਨ ਥੋੜਾ ਘੱਟ ਹੋਵੇਗਾ। ਉਹ ਥੋੜੇ ਜਿਹੇ ਚਿਕਣਾ ਹੋਣਗੀਆਂ ਅਤੇ ਸਤਹ ਤੇ ਬਹੁਤ ਘੱਟ ਸਲਿਪ ਦੇ ਨਾਲ ਸ਼ੈਫਟ ਦੇ ਨਾਲ ਲਾਈਨ ਵਿੱਚ ਪਾਵਰ ਸੰਚਾਰਿਤ ਕਰਨਗੀਆਂ। ਕਿਉਂਕਿ ਅਸੀਂ ਧਿਆਨ ਨਾਲ ਦੇਖ ਰਹੇ ਹਾਂ ਮਸ਼ੀਨ ਗੀਅਰ, ਜਿੱਥੇ ਇਹ ਦੰਦ ਦੂਜੇ ਦੰਦਾਂ ਨਾਲ ਜੁੜ ਜਾਣਗੇ। ਆਓ ਉਸ ਹਿੱਸੇ ਨੂੰ ਵੇਖੀਏ। ਉਦਾਹਰਨ ਲਈ, ਇਹ ਨੀਲਾ ਮਸ਼ੀਨ ਗੀਅਰ ਹੈ। ਇਹ ਮਸ਼ੀਨ ਗੀਅਰ ਇੱਕ ਬੇਸ ਪਿਚ ਸਰਕਲ ਜਾਂ ਪਿਚ ਸਰਕਲ ਦੇ ਆਧਾਰ ਤੇ ਬਣਾਇਆ ਜਾ ਸਕਦਾ ਹੈ, ਇਸ ਲਈ ਕੁਝ ਖਾਸ ਰੇਡੀਅਸ ਤੇ ਆਧਾਰਿਤ ਹੈ। ਉਦਾਹਰਨ ਲਈ, ਜੇ ਇਹ ਉਹ ਗੇਅਰ ਹੈ ਜੋ ਅਸੀਂ ਇਸ ਨੂੰ ਰਾਈਟ ਹੈਂਡ ਸਾਈਡ ਦੇਖ ਰਹੇ ਹਾਂ, ਜੇ ਇਹ ਸੈਂਟਰ ਹੈ ਤਾਂ ਆਓ ਅਸੀਂ ਇਸ ਇੱਕ ਸੈਂਟਰ ਨੂੰ ਇੱਥੋਂ ਤੋਂ ਕਿਤੇ ਵੀ ਇਸ ਗੇਅਰ ਦੇ ਮੀਨ ਲੈਵਲ ਤੇ ਕਹੀਏ। ਜੋ ਵੀ ਰੇਡੀਅਸ ਅਸੀਂ ਵਰਤਣ ਜਾ ਰਹੇ ਹਾਂ ਅਤੇ ਇੱਕ ਸਰਕਲ ਬਣਾਉਣ ਜਾ ਰਹੇ ਹਾਂ, ਉਹ ਸਰਕਲ ਜਿਸ ਨੂੰ ਅਸੀਂ ਬੇਸ ਸਰਕਲ ਕਹਿੰਦੇ ਹਾਂ। ਇਸ ਲਈ ਇਹ ਉਹ ਬੇਸ ਸਰਕਲ ਹੈ ਜਿਸ ਬੇਸ ਸਰਕਲ ਉੱਪਰ ਸਾਡੇ ਕੋਲ ਇਹ ਫਲੈਂਕਸ ਹਨ। ਇਸ ਲਈ ਇਹਨਾਂ ਨੂੰ ਫਲੈਂਕ ਪੋਰਸ਼ਨਸ ਕਿਹਾ ਜਾਂਦਾ ਹੈ। ਆਓ ਅਸੀਂ ਹੋਰ ਰੰਗਾਂ ਦੀ ਵਰਤੋਂ ਕਰੀਏ। ਇਹ ਇੱਕ ਫਲੈਂਕ ਵਿੱਚੋਂ ਇੱਕ ਹੈ। ਇਹ ਇੱਕ ਹੋਰ ਫਲੈਂਕ ਹੈ। ਇਹ ਫਲੈਂਕਸ ਉੱਪਰੀ ਸਾਈਡ ਨੂੰ ਅਸੀਂ ਦੇਖਾਂਗੇ, ਅਤੇ ਬੋਟਮ ਸਾਈਡ ਵੀ ਅਸੀਂ ਦੇਖਾਂਗੇ। ਅਤੇ ਜੇ ਅਸੀਂ ਇਸ ਉੱਪਰੀ ਹਿੱਸੇ ਨੂੰ ਦੇਖ ਰਹੇ ਹਾਂ ਤਾਂ ਫਲੈਂਕਸ ਨੂੰ ਐਡੈਂਡਮ ਫਲੈਂਕਸ ਕਿਹਾ ਜਾਂਦਾ ਹੈ, ਅਤੇ ਹੇਠਲੇ ਹਿੱਸੇ ਨੂੰ ਡੇਡੈਂਡਮ ਫਲੈਂਕਸ ਕਿਹਾ ਜਾਂਦਾ ਹੈ। ਅਤੇ ਇਹ ਕਰਵ ਆਮ ਤੌਰ ਤੇ ਸਾਈਕਲੋਇਡ ਦੁਆਰਾ ਬਣਾਇਆ ਜਾਂਦਾ ਹੈ। ਉਦਾਹਰਨ ਲਈ, ਇਸ ਬੇਸ ਸਰਕਲ ਤੇ ਆਓ ਅਸੀਂ ਇੱਕ ਹੋਰ ਸਰਕਲ ਤੇ ਵਿਚਾਰ ਕਰੀਏ। ਇਹ ਸੰਤਰੀ ਘੁੰਮ ਰਿਹਾ ਹੈ। ਕੀ ਇਹ ਇਸ ਡਾਇਰੈਕਸ਼ਨ ਵਿੱਚ ਘੁੰਮ ਰਿਹਾ ਹੈ? ਆਓ ਅਸੀਂ ਇਸ ਬਿੰਦੂ ਨੂੰ ਪੁਆਇੰਟ P ਚੁਣਦੇ ਹਾਂ, ਜਿਸ ਡਾਇਰੈਕਸ਼ਨ ਵਿੱਚ ਇਹ ਬਣਦਾ ਹੈ ਜਾਂ US ਕਾਲ ਨੂੰ ਟਰੈਕ ਕਰਦਾ ਹੈ। ਸਰਕਲ ਦੇ ਉਸ ਹਿੱਸੇ ਵਿੱਚ ਅਸੀਂ ਇਹਨਾਂ ਬੇਸ ਸਰਕਲ ਦੇ ਉੱਪਰ ਇੱਕ ਖਾਸ ਲੈਂਥ ਤੱਕ ਸਾਈਕਲੋਇਡ ਕਹਿੰਦੇ ਹਾਂ। ਅਸੀਂ ਇਸ ਨੂੰ P ਸਾਈਕਲੋਇਡ ਵਜੋਂ ਮੰਨਦੇ ਹਾਂ, ਕਿਉਂਕਿ ਇੱਕ ਹੋਰ ਸਰਕਲ ਸਾਈਕਲੋਇਡ ਉੱਤੇ ਚੱਲ ਰਿਹਾ ਹੈ, ਜਿਸ ਲਈ ਅਸੀਂ ਇਸ ਨੂੰ ਆਮ ਤੌਰ ਤੇ ਇੱਕ ਸਿੱਧੀ ਲਾਈਨ ਤੇ ਘੁਮਾਇਆ ਕਰਦੇ ਹਾਂ ਇਸ ਪੁਆਇੰਟ ਦੇ ਉੱਪਰ ਇਹਨਾਂ ਸਾਈਕਲੋਇਡ ਲਈ, ਅਤੇ ਇਹ ਸਰਕਲ ਲਗਾਤਾਰ ਇੱਕ ਦੂਜੇ ਸਰਕਲ ਤੇ ਘੁੰਮਦਾ ਹੈ। ਇਸੇ ਤਰ੍ਹਾਂ ਕਰਵ ਦਾ ਬੋਟਮ ਸਾਈਕਲੋਇਡ ਦੁਆਰਾ ਬਣਾਇਆ ਗਿਆ ਹੈ। ਉਦਾਹਰਨ ਲਈ, ਇੱਥੇ ਇੱਕ ਲਾਈਨ ਹੈ ਜਿਸ ਉੱਤੇ ਇਹ ਹਰੇ ਰੰਗ ਦੀ ਰੇਖਾ ਘੁੰਮ ਰਹੀ ਹੈ, ਅਤੇ ਕਰਵ ਦਾ ਉਹ ਹਿੱਸਾ ਜਿਸ ਡਾਇਰੈਕਸ਼ਨ ਵਿੱਚ ਇਹ ਜਾਂਦਾ ਹੈ, ਇਹ ਹੈ ਜਿਸ ਨੂੰ ਅਸੀਂ ਸਾਈਕਲੋਇਡ ਕਹਿੰਦੇ ਹਾਂ। ਇਸ ਲਈ ਸਾਈਕਲੋਇਡ ਗੀਅਰ ਕੰਸਟਰਕਸ਼ਨ ਲਈ ਕਾਫੀ ਆਮ ਹਨ। ਇਸੇ ਤਰ੍ਹਾਂ ਜੇ ਸਾਡੇ ਕੋਲ ਪੈਂਡੂਲਮ ਕਹਾਏ ਜਾਣ ਵਾਲੇ ਪੈਂਡੂਲਮ ਹਨ ਤਾਂ
ਇੱਥੇ ਇੱਕ ਪੈਂਡੂਲਮ ਇੱਕ ਰੱਸੀ ਨਾਲ ਜੁੜਿਆ ਹੋਇਆ ਹੈ ਅਤੇ ਸਮੇਂ ਦੇ ਨਾਲ ਇਸ ਪੁਆਇੰਟ ਦੀ ਸਥਿਤੀ ਅਤੇ ਕਰਵ ਇਹ ਰੱਸੀ ਉੱਪਰ ਜਾ ਰਹੀ ਹੈ, ਜਿਸ ਨਾਲ ਇਹ ਪੁਆਇੰਟ ਉੱਪਰ ਅਤੇ ਹੇਠਾਂ ਜਾ ਰਿਹਾ ਹੈ। ਜੇ ਅਸੀਂ ਇਸ ਕਰਵ ਨੂੰ ਟਰੈਕ ਕਰਨ ਦੀ ਤੁਹਾਡੀ ਸਥਿਤੀ ਵਿੱਚ ਹਾਂ, ਸਾਈਕਲੋਇਡ ਬਣਾਉਂਦਾ ਹੈ। ਇਸੇ ਤਰ੍ਹਾਂ ਇਹ ਇੱਕ ਸਾਈਕਲੋਇਡ ਵੀ ਹੈ। ਇਸੇ ਤਰ੍ਹਾਂ ਜੇ ਅਸੀਂ ਇੱਕ ਆਰਕੀਟੈਕਚਰਲ ਪੁਆਇੰਟ ਲਈ ਆਰਚਾਂ ਨੂੰ ਦੇਖ ਰਹੇ ਹਾਂ ਤਾਂ ਉੱਪਰਲੇ ਹਿੱਸੇ ਸਾਈਕਲੋਇਡ ਕਰਵ ਬਣਾਉਂਦੇ ਹਨ। ਹੁਣ ਇੱਕ ਸਾਈਕਲੋਇਡ ਕਰਵ ਨੂੰ ਜਿਓਮੈਟ੍ਰਿਕ ਤੌਰ ਤੇ ਕਿਵੇਂ ਬਣਾਇਆ ਜਾਵੇ? ਅਜਿਹਾ ਕਰਨ ਲਈ ਸਭ ਤੋਂ ਪਹਿਲਾਂ ਸਾਨੂੰ ਇੱਕ ਜਨਰੇਟਿੰਗ ਸਰਕਲ ਦੀ ਵਰਤੋਂ ਕਰਨੀ ਪਵੇਗੀ ਜੋ ਇੱਕ ਬੇਸਲਾਈਨ ਤੇ ਘੁੰਮ ਰਿਹਾ ਹੈ। ਸਾਡਾ ਜਨਰੇਟਿੰਗ ਸਰਕਲ ਇਹ ਹੈ ਅਤੇ ਇਹ ਇਸ ਲਾਈਨ ਬੇਸ ਤੇ ਘੁੰਮ ਰਿਹਾ ਹੈ ਅਤੇ ਫਿਰ ਅਸੀਂ ਇੱਕ ਪੁਆਇੰਟ P ਲੱਭਦੇ ਹਾਂ। ਇਸ ਪੁਆਇੰਟ P ਦੇ ਇਸ ਮੋਸ਼ਨ ਨੂੰ ਟਰੈਕ ਕਰਦੇ ਹਾਂ। ਇਸ ਦੇ ਲਈ ਜੋ ਅਸੀਂ ਕਰਦੇ ਹਾਂ ਉਹ ਇਸ ਪੂਰੇ ਸਰਕਲ ਨੂੰ 12 ਬਰਾਬਰ ਹਿੱਸਿਆਂ ਵਿੱਚ ਵੰਡਣਾ। ਇਸ ਤਰ੍ਹਾਂ ਅਸੀਂ 12 ਇਕੁਅਲ ਹਿੱਸੇ ਬਣਾਉਂਦੇ ਹਾਂ ਅਤੇ ਅਸੀਂ ਉਹਨਾਂ ਨੂੰ 1 2 3 4 ਅਤੇ ਇਸ ਤਰ੍ਹਾਂ ਨਾਮ ਦੇਵਾਂਗੇ। ਇਸ ਤਰ੍ਹਾਂ ਕੇਰਾਂ ਇਹ ਹੋ ਜਾਣ ਤੱਕ ਅਸੀਂ ਇਹਨਾਂ ਪੁਆਇੰਟਸ 1 2 3 4 5 6 ਲਈ ਪੈਰਲਲ ਲਾਈਨਾਂ ਡਰਾ ਕਰਦੇ ਹਾਂ ਤਾਂ ਇੱਕ ਕੱਟ ਹੋਣ ਜਾ ਰਿਹਾ ਹੈ। ਸੋ ਇੱਕ ਲਾਈਨ ਉੱਥੋਂ ਅਸੀਂ ਇੱਕ ਪੈਰਲਲ ਲਾਈਨ ਡਰਾ ਕਰਦੇ ਹਾਂ। ਇਸੇ ਤਰ੍ਹਾਂ ਪੁਆਇੰਟ ਤੋਂ ਅਸੀਂ 3 4 5 6 ਤੋਂ ਦੁਬਾਰਾ 7 8 ਤੋਂ ਇੱਕ ਪੈਰਲਲ ਲਾਈਨ ਡਰਾ ਕਰਨ ਜਾ ਰਹੇ ਹਾਂ ਅਤੇ ਇਸ ਤਰ੍ਹਾਂ ਅਸੀਂ ਇਸ ਬਿੰਦੂ P ਤੱਕ ਸਾਰੇ ਤਰੀਕੇ ਨਾਲ ਦੁਹਰਾਵਾਂਗੇ। ਉਸ ਤੋਂ ਬਾਅਦ ਕੰਪਸ ਦੀ ਵਰਤੋਂ ਨਾਲ ਅਸੀਂ ਇਸ ਹੋਰੀਜ਼ੋਂਟਲ ਲਾਈਨ ਤੇ ਇਸ ਕਰਵ ਦੇ ਇੰਟਰਸੈਕਸ਼ਨ ਪੁਆਇੰਟਸ ਨੂੰ ਲੱਭਣ ਜਾ ਰਹੇ ਹਾਂ। ਇਸ ਲਈ ਇਸ ਸਰਕਲ ਦੇ ਡਿਵੀਜ਼ਨ ਤੋਂ ਬਾਅਦ ਅਸੀਂ 1 2 3 4 5 6 ਤੋਂ 12 ਇਕੁਅਲ ਹਿੱਸੇ ਬਣਾਉਂਦੇ ਹਾਂ। ਅਸੀਂ ਹੋਰੀਜ਼ੋਂਟਲ ਲਾਈਨਾਂ ਡਰਾ ਕਰਦੇ ਹਾਂ। ਫਿਰ ਜਿਹੜੀ ਲਾਈਨ ਸੈਂਟਰ ਵਿੱਚੋਂ ਲੰਘ ਰਹੀ ਹੈ ਅਸੀਂ ਇਸ ਨੂੰ ਪਰਪੈਂਡੀਕਿਊਲਰ ਡਾਇਰੈਕਸ਼ਨ ਵਿੱਚ 1 2 3 4 5 ਨੂੰ ਫੈਲਾਉਣ ਤੋਂ ਇਕੁਅਲ ਭਾਗਾਂ ਵਿੱਚ ਵੰਡਦੇ ਹਾਂ। ਹਰ ਇੱਕ ਨੂੰ ਸੈਂਟਰ ਵਜੋਂ ਚੁਣੋ। ਪਹਿਲੀ ਲਾਈਨ ਤੇ ਇੱਕ ਆਰਕ ਮਾਰਕ ਕਰੋ। ਉਦਾਹਰਨ ਲਈ ਇਸ ਨੂੰ ਚੁਣੋ। ਇੱਕ ਆਰਕ ਮਾਰਕ ਕਰੋ। ਇਸ ਪਹਿਲੀ ਲਾਈਨ ਤੇ ਚੁਣੋ। ਦੇਖੋ ਇੱਕ ਆਰਕ ਮਾਰਕ ਕਰੋ। ਇੱਕ ਆਰਕ ਮਾਰਕ ਕਰਨ ਲਈ ਚੁਣੋ। 3 ਮਾਰਕ ਇੱਕ ਆਰਕ ਦੇਖੋ ਅਤੇ ਹੋਰ ਇਹਨਾਂ ਚੀਜ਼ਾਂ ਨਾਲ ਜੁੜੋ ਤਾਂ ਜੋ ਇਹ ਇੱਕ ਸਾਈਕਲੋਇਡ ਬਣ ਜਾਵੇ। ਆਓ ਅਸੀਂ ਆਪਣੀ ਗ੍ਰਾਫ ਸ਼ੀਟ ਦੀ ਵਰਤੋਂ ਕਰਦੇ ਹੋਏ ਉਸ ਪ੍ਰਕਿਰਿਆ ਨੂੰ ਕਦਮ ਦਰ ਕਦਮ ਵੇਖੀਏ। ਪਹਿਲਾਂ ਸਾਨੂੰ ਚੁਣੇ ਰੇਡੀਅਸ ਦਾ ਇੱਕ ਸਰਕਲ ਡਰਾ ਕਰਨਾ ਹੋਵੇਗਾ ਅਤੇ ਜਾਣਨਾ ਹੋਵੇਗਾ ਕਿ ਪਾਈ r ਡਿਸਟੈਂਸ ਲਈ ਇੱਕ ਹੋਰੀਜ਼ੋਂਟਲ ਲਾਈਨ ਡਰਾ ਕਰਨੀ ਹੈ। ਤਾਂ ਆਓ ਅਸੀਂ ਇੱਕ ਜਨਰੇਟਿੰਗ ਲਾਈਨ 2πr ਦੀ ਵਰਤੋਂ ਕਰੀਏ ਜੋ ਸਾਨੂੰ ਕਰਨਾ ਪਏਗਾ। ਸ਼ਾਇਦ r ਸਾਨੂੰ 3 ਸੈਂਟੀਮੀਟਰ ਵਰਗਾ ਕੁਝ ਚੁਣੀਏ। ਇਸ ਲਈ 2πr ਲੈਂਥ 2 into 3.4 into 3 ਸੈਂਟੀਮੀਟਰ। ਇਸ ਲਈ 8 2 6 into 3 24 6 7 8 18। ਇਸ ਲਈ 18.84 ਨੰਬਰ ਦੀ ਵਰਤੋਂ ਅਸੀਂ ਕਰਨੀ ਹੈ। ਹੁਣ ਇੱਕ ਜਿਓਮੈਟਰੀ ਇਸ ਨੂੰ ਚੁਣਨ ਦੇ ਮਾਮਲੇ ਵਿੱਚ ਹਮੇਸ਼ਾ ਮੁਸ਼ਕਲ ਹੁੰਦੀ ਹੈ। ਇਸ ਲਈ ਆਮ ਤੌਰ ਤੇ ਅਸੀਂ ਨਜ਼ਦੀਕੀ ਸੰਖਿਆ ਵਰਗੀ ਕੋਈ ਚੀਜ਼ ਡਰਾ ਕਰਦੇ ਹਾਂ ਜਿਵੇਂ ਕਿ
20 ਸੈਂਟੀਮੀਟਰ ਕਿਸਮ ਦੀ ਲਾਈਨ। ਫਿਰ ਬਣਾਉਂਦੇ ਹਾਂ ਕਿ ਇਕੁਅਲ ਦਾ ਰੇਡੀਅਸ ਕੀ ਹੋ ਸਕਦਾ ਹੈ। ਉਸ ਇਕੁਅਲ ਦੇ ਰੇਡੀਅਸ ਨੂੰ ਵਰਤ ਕੇ ਇੱਕ ਸਰਕਲ ਬਣਾਓ। ਇਸ ਲਈ ਅਸੀਂ ਇਸ ਨੂੰ ਇਸੇ ਤਰ੍ਹਾਂ ਕਰਾਂਗੇ। ਸਭ ਤੋਂ ਪਹਿਲਾਂ ਆਓ 10 ਯੂਨਿਟਾਂ ਦੀ ਇੱਕ ਬੇਸਲਾਈਨ ਬਣਾਈਏ। ਇਸ ਲਈ ਬੇਸਲਾਈਨ ਇੱਥੇ ਸ਼ੁਰੂ ਹੁੰਦੀ ਹੈ, ਇੱਥੇ ਖਤਮ ਹੁੰਦੀ ਹੈ, ਜੋ ਕਿ 100 ਮਿਲੀਮੀਟਰ ਹੈ। 100 ਮਿਲੀਮੀਟਰ ਬੇਸਲਾਈਨ ਹੈ। ਆਓ ਅਸੀਂ ਉਸ ਬਿੰਦੂ ਨੂੰ ਇੱਥੇ 1 ਅਤੇ 12 ਕਹੀਏ। ਇਸ 100 mm ਨੂੰ 12 ਇਕੁਅਲ ਡਿਵੀਜ਼ਨਾਂ ਵਿੱਚ ਵੰਡੀਏ। ਇਸ ਲਈ ਇੱਕ ਇਨਕਲਾਈਨਡ ਲਾਈਨ ਡਰਾ ਕਰੋ। ਉਸ ਨੂੰ 12 ਇਕੁਅਲ ਡਿਵੀਜ਼ਨਾਂ ਵਿੱਚ ਵੰਡੋ। 1 2 3 4 5 6 7 8 9 10 11 ਅਤੇ 12। ਹੁਣ ਇਸ ਪੁਆਇੰਟ ਨੂੰ 12 ਤੱਕ ਹਰ ਤਰ੍ਹਾਂ ਜੋੜੋ। ਸਾਨੂੰ ਵਰਤੋਂ ਕਰਨੀ ਪਵੇਗੀ ਇਸ ਡਾਇਰੈਕਸ਼ਨ ਵਿੱਚ ਪੈਰਲਲ ਜਾਓ। ਤਾਂ ਕਿ ਅਸੀਂ ਬਣਾ ਸਕੀਏ। ਅਸੀਂ ਇਹਨਾਂ ਪੁਆਇੰਟਸ ਨੂੰ ਮਾਰਕ ਕਰ ਸਕਦੇ ਹਾਂ। ਠੀਕ ਹੈ। ਜਾਓ ਧਿਆਨ ਨਾਲ। ਬਾਰਾਂ ਡਿਵੀਜ਼ਨਾਂ ਨੂੰ ਮਾਰਕ ਕਰਨਾ ਪਵੇਗਾ। ਸੋ ਇਹ ਪੁਆਇੰਟ ਹਨ। ਉਹਨਾਂ ਨੂੰ 1 2 3 2 3 4 5 6 7 8 9 10 11 ਵਜੋਂ ਮਾਰਕ ਕਰਦੇ ਹਨ। ਮੈਨੂੰ ਲੱਗਦਾ ਹੈ ਕਿ ਅਸੀਂ ਇਹ 12 ਬਣਾਇਆ ਹੈ। ਆਓ ਵੰਡਾਂ ਦੀ ਇਕੁਅਲ ਸੰਖਿਆ ਦੀ ਵਰਤੋਂ ਕਰੀਏ, ਤਾਂ ਜੋ ਇਹ ਲੈਂਥ ਜੋ ਅਸੀਂ ਮਾਪਣ ਜਾ ਰਹੇ ਹਾਂ, ਇਸ ਲਈ ਇਹ ਲੈਂਥ ਜੋ ਅਸੀਂ ਇਸ ਨੂੰ 12 ਇਕੁਅਲ ਭਾਗਾਂ ਵਿੱਚ ਬਣਾਉਣ ਜਾ ਰਹੇ ਹਾਂ। 1 2 3 4 5 6 7 8 9 10 11 ਠੀਕ ਹੈ। ਅਸੀਂ 12 ਬਿੰਦੂਆਂ ਵਿੱਚ ਸਹੀ ਹਾਂ। ਨੋਟੇਸ਼ਨ ਇਹ ਹੈ ਕਿ ਇਹ ਹਰ ਤਰ੍ਹਾਂ 12 ਤੱਕ P ਪੁਆਇੰਟ ਨਾਲ ਸ਼ੁਰੂ ਹੁੰਦਾ ਹੈ। ਤਾਂ ਆਓ ਇਸ ਪੁਆਇੰਟ ਨੂੰ P 1 2 3 4 5 6 7 8 9
10, 11 ਅਤੇ 12 ਪੁਆਇੰਟ ਕਹਿੰਦੇ ਹਾਂ, ਜੋ ਕਿ 100 mm ਹੈ। ਇਸ ਲਈ, ਇਹ ਗਣਨਾ ਕਰਨ ਲਈ ਆਪਣੇ ਕੈਲਕੁਲੇਟਰ ਦੀ ਵਰਤੋਂ ਕਰੋ ਕਿ ਇਕੁਅਲ ਦਾ ਰੇਡੀਅਸ ਕੀ ਹੈ। 2 pi r ਇਕੁਅਲ ਹੈ 100 mm, ਸੋ 100 ਬਾਈ 2 ਬਾਈ 3.1416, ਜੋ ਤੁਹਾਨੂੰ 15.9 mm ਦਿੰਦਾ ਹੈ। ਇਹ ਉਹੀ ਲਗਭਗ ਸਰਕਲ ਹੈ ਜਿਸ ਦੀ ਅਸੀਂ ਵਰਤੋਂ ਕਰ ਸਕਦੇ ਹਾਂ। ਇਸ ਲਈ ਆਓ ਸਭ ਤੋਂ ਪਹਿਲਾਂ 15 ਤੋਂ 16 mm ਦਾ ਮਾਰਕ ਕਰੀਏ ਤਾਂ ਜੋ ਸਾਡੇ ਕੋਲ ਇਸ ਸਥਿਤੀ ਵਿੱਚ 16 mm ਦੀ ਸਭ ਤੋਂ ਘੱਟ ਗਿਣਤੀ ਹੈ। ਨਹੀਂ ਤਾਂ ਜੋ ਅਸੀਂ ਵਰਤ ਸਕਦੇ ਹਾਂ ਉਹ ਵੱਡਾ ਸਰਕਲ ਲੈਣਾ ਹੈ, ਤਾਂ ਕਿ ਅਸੀਂ ਉਸ ਘੱਟ ਗਿਣਤੀ ਨੂੰ ਵਧਾਉਣ ਦੀ ਸਥਿਤੀ ਵਿੱਚ ਹੋਵਾਂਗੇ ਅਤੇ ਲੈਂਥ ਵੀ ਵਧੇਗੀ। ਇਸ ਲਈ ਇਸ ਲੈਂਥ ਨੂੰ ਵਰਤੋ। ਠੀਕ ਹੈ। P ਪੁਆਇੰਟ ਤੋਂ ਇੱਕ ਸਰਕਲ ਡਰਾ ਕਰੋ। ਇਸ ਚੱਕਰ ਨੂੰ 12 ਇਕੁਅਲ ਡਿਵੀਜ਼ਨਾਂ ਵਿੱਚ ਵੰਡੋ, ਭਾਵ 30 ਡਿਗਰੀ ਐਂਗਲ ਉਹ ਹੈ ਜੋ ਅਸੀਂ ਇਸ ਨੂੰ ਵਰਤ ਸਕਦੇ ਹਾਂ। ਇਸ ਲਈ 30, 60, 90, 120, 150, 180 ਨੂੰ ਮਾਰਕ ਕਰੋ। ਬਣਾਉਣ ਲਈ ਸਾਡੇ ਸਕੇਲ ਦੀ ਵਰਤੋਂ ਕਰੋ। ਇਹਨਾਂ ਲਾਈਨਾਂ ਨੂੰ ਜੋੜੋ। ਇਸੇ ਤਰ੍ਹਾਂ ਇਸ 30 ਡਿਗਰੀ ਲਾਈਨ ਨੂੰ ਵੀ ਜੋੜੋ। ਇਸ ਨੂੰ ਵੀ ਜੋੜੋ। ਇਸ ਲਈ ਅਸੀਂ 12 ਡਿਵੀਜ਼ਨਾਂ ਬਣਾਈਆਂ। ਸਾਡੇ ਕੋਲ 24 ਡਿਵੀਜ਼ਨਾਂ ਹੋ ਸਕਦੀਆਂ ਹਨ ਅਤੇ ਇਸ ਤਰ੍ਹਾਂ ਹੋਰ ਤਾਂ ਜੋ ਬਿਹਤਰ ਕਰਵ ਨੂੰ ਟਰੈਕ ਕੀਤਾ ਜਾ ਸਕੇ। ਹੁਣ ਉਹਨਾਂ ਨੂੰ ਧਿਆਨ ਨਾਲ ਨਾਮ ਦਿਓ। ਹਮੇਸ਼ਾ ਇੱਥੇ ਕੀਤੇ ਬਿੰਦੂ P। ਇਸ ਲਈ ਇਸ ਉੱਤੇ ਇਹ ਲਾਈਨ ਹੁਣ ਅਸੀਂ ਇਸ ਲਾਈਨ ਨੂੰ ਇਸ ਦੇ ਪੈਰਲਲ ਡਰਾ ਕਰ ਸਕਦੇ ਹਾਂ ਕਿਉਂਕਿ ਸਰਕਲ ਇੱਕ ਲਾਈਨ ਉੱਤੇ ਘੁੰਮ ਰਿਹਾ ਹੈ। ਇਸ ਲਈ ਇਹ ਉਹ ਲਾਈਨ ਹੈ ਜਿਸ ਤੇ ਇਹ ਰੋਲ ਕਰਨ ਜਾ ਰਿਹਾ ਹੈ ਅਤੇ ਇਹ ਸੈਂਟਰ ਹਨ। ਹੁਣ ਇਸ ਲਾਈਨ ਦੇ ਪਰਪੈਂਡੀਕਿਊਲਰ ਡਰਾ ਕਰੋ। ਇਹ ਲਾਈਨ ਹੈ ਅਤੇ ਇਸ ਵੱਲ ਇਹਨਾਂ ਬਿੰਦੂਆਂ ਤੋਂ ਲੰਘਦੇ ਹੋਏ 1, 2, 3, 4 ਬਣਾਉਂਦੇ ਹਨ। ਇਹ ਲਾਈਨਾਂ ਹਰ ਤਰ੍ਹਾਂ ਬੇਸ 1 ਤੱਕ ਜਾਂਦੀਆਂ ਹਨ। ਇਹਨਾਂ ਕੰਸਟਰਕਸ਼ਨ ਲਾਈਨਾਂ ਨਾਲ ਸਾਵਧਾਨ ਰਹਿਣਾ ਪਵੇਗਾ ਅਤੇ ਇਹ ਹਰ ਤਰ੍ਹਾਂ 6, 7, 8,
9 11 ਅਤੇ ਫਿਰ ਇੱਕ ਲਾਈਨ ਤੱਕ ਜਾਂਦਾ ਹੈ। ਆਓ ਅਸੀਂ ਬੇਸ ਨੂੰ ਗੂੜਾ ਕਰੀਏ। ਇਹ ਉਹ ਬੇਸ ਹੈ ਜਿਸ ਤੇ ਸਾਡਾ ਸਰਕਲ ਘੁੰਮ ਰਿਹਾ ਹੈ। ਇਹ ਸੈਂਟਰ ਲਾਈਨਾਂ ਹਨ। ਇਸ ਲਈ C1 C2 C3 ਅਤੇ ਇਸੇ ਤਰ੍ਹਾਂ। ਅਤੇ ਇਹਨਾਂ ਬਿੰਦੂਆਂ ਵਿੱਚੋਂ ਲੰਘਦੀਆਂ ਹੋਰੀਜ਼ੋਨਟਲ ਲਾਈਨਾਂ ਡਰਾ ਕਰੋ। ਹੁਣ ਇਹ ਕਰਵ ਹੈ। ਆਓ ਇਹਨਾਂ ਬਿੰਦੂਆਂ ਨੂੰ 1 2 3 4 5 6 ਅਤੇ ਇਸੇ ਤਰ੍ਹਾਂ ਹੋਰ ਮਾਰਕ ਕਰੀਏ। ਇਸ ਲਈ ਆਓ ਕੁਝ ਹੋਰੀਜ਼ੋਨਟਲ ਲਾਈਨਾਂ ਡਰਾ ਕਰੀਏ। ਪਹਿਲੀ, ਦੂਜੀ, ਤੀਜੀ ਉੱਥੇ ਜਾਂਦੀ ਹੈ। ਚੌਥੀ ਵਾਲੀ ਵੀ ਇਸ ਤਰ੍ਹਾਂ ਜਾਂਦੀ ਹੈ। 5 1 7 ਇਸੇ ਤਰ੍ਹਾਂ ਜਾਂਦੀ ਹੈ। ਅਤੇ 6 ਵੀ ਉਸੇ ਤਰੀਕੇ ਨਾਲ ਜਾਂਦੀ ਹੈ। ਇਸ ਲਈ ਇਹਨਾਂ ਲਾਈਨਾਂ ਤੇ ਸਾਨੂੰ ਆਰਕ ਬਣਾਉਣੇ ਪੈਣਗੇ। ਇਸ ਲਈ ਸਭ ਤੋਂ ਪਹਿਲਾਂ ਜੋ ਸਾਨੂੰ ਕਰਨਾ ਹੈ ਕੰਪਸ ਅਤੇ ਸਰਕਲ ਰੇਡੀਅਸ ਨਾਲ ਇੱਕ ਲਾਈਨ ਤੇ C1 C2 C3 ਸੈਂਟਰ ਵਜੋਂ ਆਰਕ ਬਣਾਉਣੇ ਹੈ ਇਸ ਤਰ੍ਹਾਂ ਹੋਰ। ਇਸ ਲਈ ਸਭ ਤੋਂ ਪਹਿਲਾਂ ਇਹ ਉਹ ਰੇਡੀਅਸ ਹੈ ਜੋ ਅਸੀਂ ਲੱਭ ਸਕਦੇ ਹਾਂ। ਹੁਣ C1 ਤੋਂ 1 ਉੱਤੇ ਇੱਕ ਆਰਕ ਬਣਾਓ। ਕਿਤੇ ਉਸ ਪੁਆਇੰਟ ਦਾ ਪਤਾ ਲਗਾਓ। ਇਸ ਲਈ ਪਹਿਲਾ ਪੁਆਇੰਟ ਉਹ ਹੈ, ਦੂਜਾ ਬਿੰਦੂ ਉਹ ਹੈ। C2 ਤੋਂ ਇਸ ਨੂੰ ਲਾਈਨ ਤੇ 2 ਲੱਭੋ। ਇਸ ਲਈ ਦੂਜੇ ਪੁਆਇੰਟ ਤੋਂ 1 ਨੂੰ ਲੱਭੋ। ਇੱਥੇ ਇੱਕ ਕਰਵ ਲੱਭੋ। ਅਤੇ ਤੀਸਰਾ ਬਿੰਦੂ ਇਸ ਨੂੰ ਲੱਭੋ। ਅਤੇ ਚੌਥਾ ਪੁਆਇੰਟ ਇਸ ਨੂੰ ਲੱਭੋ। ਪੰਜਵਾਂ ਪੁਆਇੰਟ ਇੱਕ ਆਰਕ ਬਣਾਓ। ਹੁਣ ਛੇਵਾਂ। ਇਸ ਲਈ ਆਓ ਇਹਨਾਂ ਪੁਆਇੰਟਸ 2 1 ਨੂੰ ਪਹਿਲੇ, ਦੂਜੇ, ਤੀਜੇ ਨਾਲ ਜੋੜੀਏ। ਕਿਤੇ ਅਸੀਂ ਗੁਆ ਦਿੱਤਾ ਹੈ। ਤਾਂ ਆਓ ਅਸੀਂ ਇਹਨਾਂ ਬਿੰਦੂਆਂ ਨੂੰ ਜੋੜੀਏ ਜੋ ਇਸ ਵਿੱਚੋਂ ਲੰਘ ਰਹੇ ਹਨ। ਆਓ ਇਸ ਨੂੰ 7ਵੇਂ ਲਈ ਅੱਗੇ ਵਧਾਈਏ। ਫਿਰ 8ਵਾਂ, 8ਵੇਂ ਤੇ 10ਵਾਂ ਇੱਕ 10ਵੇਂ ਵੱਲ ਜਾਂਦਾ ਹੈ। ਤਾਂ 7 8 9 10 10ਵੀਂ ਲਾਈਨ ਇਹ ਹੈ। ਇਸ ਲਈ 10ਵੇਂ ਤੋਂ ਇੱਕ ਆਰਕ ਬਣਾਓ। ਅਤੇ 11ਵਾਂ ਉਸ ਉੱਤੇ ਅਤੇ 12ਵਾਂ ਦੁਬਾਰਾ ਉਸ ਬਿੰਦੂ ਤੇ ਆਉਂਦਾ ਹੈ। ਇਸ ਤਰ੍ਹਾਂ ਅਸੀਂ ਇੱਕ ਸਾਈਕਲੋਇਡ ਬਣਾਉਂਦੇ ਹਾਂ। ਅਗਲੀ ਕਲਾਸ ਵਿੱਚ ਅਸੀਂ ਇਸ ਬਾਰੇ ਸਿੱਖਾਂਗੇ ਕਿ ਕਿਵੇਂ ਸਪਾਇਰਲ
ਅਤੇ ਇਨਵੋਲੂਟ ਬਣਾਉਣਾ ਹੈ। ਤੁਹਾਡਾ ਧੰਨਵਾਦ।